ਸੰਗਤ ਟੈਲੀਵਿਜ਼ਨ ਦੇਖ ਰਹੇ ਸਮੂਹ ਸੰਗਤਾਂ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਐਸੇ ਦੀਨ ਦਿਆਲ ਸਤਿਗੁਰੂ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਵਿਆਹ ਪੁਰਬ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇਸ਼ ਵਿਦੇਸ਼ ਅੰਦਰ ਬਹੁਤ ਹੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਸਤਿਗੁਰਾਂ ਦੇ ਪਾਵਨ ਦਰਬਾਰ ਵਿਖੇ ਨਤਮਸਤਕ ਹੋ ਕਰਕੇ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਹਨ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਸਤਿਗੁਰਾਂ ਦੇ ਇਸ ਮਹਾਨ ਪੁਰਬ ਨੂੰ ਮੁੱਖ ਰੱਖਦੇ ਹੋਏ ਅੱਜ ਸਾਡੇ ਨਾਲ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਜੀ ਦੇ ਮੁੱਖ ਸੇਵਾਦਾਰ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ ਜੀ। ਆਓ ਇਹਨਾਂ ਦੇ ਨਾਲ ਵਿਚਾਰ ਕਰਦੇ ਹਾਂ ਔਰ ਜਾਣਦੇ ਹਾਂ ਇਸ ਇਤਿਹਾਸਕ ਪੁਰਬ ਬਾਰੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਤਿਗੁਰਾਂ ਦਾ ਜੋ ਵਿਆਹ ਪੁਰਬ ਹੈ ਦੇਸ਼ ਵਿਦੇਸ਼ ਅੰਦਰ ਬਹੁਤ ਹੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਸੰਗਤਾਂ ਅੱਜ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਨਤਮਸਤਕ ਹੋ ਰਹੀਆਂ ਹਨ। ਇਸ ਮਹਾਨ ਪੁਰਬ ਨੂੰ ਮੁੱਖ ਰੱਖਦੇ ਹੋਏ, ਸਤਿਗੁਰਾਂ ਦੇ ਇਸ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਏ ਸਿੱਖ ਸੰਗਤਾਂ ਦੇ ਨਾਲ ਇਸ ਪਾਵਨ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰੋ ਜੀ। ਸਮੁੱਚੇ ਸਿੱਖ ਜਗਤ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਵਿਆਹ ਪੁਰਬ ਦੀਆਂ ਬੇਅੰਤ ਵਧਾਈਆਂ ਜੀ। ਸਾਰਾ ਜਗਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਵਿਆਹ ਪੁਰਬ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾ ਰਿਹਾ ਹੈ। ਜਿੱਥੇ ਇਹ ਵਿਆਹ ਪੁਰਬ ਖਾਸ ਤੌਰ 'ਤੇ ਬਟਾਲੇ ਧਰਤੀ 'ਤੇ ਮਨਾਇਆ ਜਾਂਦਾ ਹੈ, ਉੱਥੇ ਜਿੱਥੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰੇਮ ਕਰਨ ਵਾਲੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਤੀ ਸ਼ਰਧਾ ਹੈ, ਭਾਵਨਾ ਹੈ, ਉਹ ਇਸ ਦਿਹਾੜੇ ਨੂੰ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾਉਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ 1469 ਦੇ ਅੰਦਰ ਰਾਏ ਭੋਏ ਦੀ ਤਲਵੰਡੀ, ਜਿਹਨੂੰ ਆਪਾਂ ਨਨਕਾਣਾ ਸਾਹਿਬ ਕਹਿੰਦੇ ਹਾਂ, ਉਸ ਜਗ੍ਹਾ 'ਤੇ ਸੱਚੇ ਪਾਤਸ਼ਾਹ ਜੀ ਨੇ ਇਸ ਜਗਤ ਜਲੰਧਰ ਨੂੰ ਠਾਰਨ ਲਈ ਅਵਤਾਰ ਧਾਰਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਵਿਆਹ ਦੀ ਜੋ ਇਹ ਪ੍ਰੀਤ ਆ, ਵੇਖੋ ਆਪਾਂ 3 ਗੁਰੂ ਸਾਹਿਬਾਨ ਦਾ ਆਨੰਦ ਕਾਰਜ ਖਾਸ ਤੌਰ 'ਤੇ ਮਨਾਉਂਦੇ ਹਾਂ। ਇੱਕ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਟਾਲੇ ਧਰਤੀ 'ਤੇ ਮਨਾਇਆ ਜਾਂਦਾ ਹੈ। ਇੱਕ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ 5ਵੇਂ ਪਾਤਸ਼ਾਹ ਜੀ ਦਾ ਜੋ ਮਾਓ ਦੀ ਧਰਤੀ 'ਤੇ ਮਨਾਇਆ ਜਾਂਦਾ ਹੈ। ਔਰ ਤੀਸਰਾ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਵਿਆਹ ਪੁਰਬ, ਜੋ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਅਨੰਦਪੁਰ ਸਾਹਿਬ ਤੋਂ ਚੱਲ ਕੇ ਔਰ ਬਰਾਤ ਦੇ ਰੂਪ ਵਿੱਚ ਗੁਰੂ ਕੇ ਲਾਹੌਰ ਪਹੁੰਚਦੀਆਂ ਨੇ। ਇਹ 3 ਗੁਰੂ ਸਾਹਿਬਾਨ ਦਾ ਜੋ ਵਿਆਹ ਪੁਰਬ ਆ, ਸਿੱਖ ਜਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਾ ਹੈ। ਵੇਖੋ ਪੁਰਾਤਨ ਸਮੇਂ ਦੌਰਾਨ ਜੋ ਵਿਆਹ ਦੀ ਰੀਤ ਸੀ, ਇਹ ਉਹਨਾਂ ਦੇ ਪੁਰਾਤਨ ਜੋ ਸਨਾਤਨ ਧਰਮ ਸੀ ਉਹਦੇ ਅਨੁਸਾਰ ਕੀਤੀ ਜਾਂਦੀ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਇਹ ਸੰਸਾਰ 'ਚ ਆਏ, ਉਸ ਸਮੇਂ ਇਸ ਹਿੰਦੁਸਤਾਨ ਦੀ ਧਰਤੀ ਦੀ ਜੋ ਧਾਰਮਿਕ, ਸਮਾਜਿਕ ਔਰ ਆਰਥਿਕ ਹਾਲਤ ਬੜੀ ਡਾਵਾਡੋਲ ਸੀ। ਸੱਚੇ ਪਾਤਸ਼ਾਹ ਜੀ ਇਸ ਜੋ ਧਰਤੀ 'ਤੇ ਆਏ, ਉਸ ਸਮੇਂ ਇੱਕ ਤਾਂ ਜੋ ਮੁੱਖ ਧਰਮ, ਇੱਕ ਮੁਸਲਮਾਨ ਧਰਮ ਔਰ ਇੱਕ ਸਨਾਤਨ ਮਤ ਹਿੰਦੂ ਧਰਮ ਜਿਹਨੂੰ ਆਪਾਂ ਕਹਿੰਦੇ ਹਾਂ, ਇਹਨਾਂ ਦੇ ਵਿੱਚ ਬੜੀ ਕਸ਼ਮਕਸ਼ ਚੱਲਦੀ ਸੀ। ਹਰੇਕ ਆਪਣੇ ਆਪ ਨੂੰ ਵੱਡਾ ਔਰ ਧਰਮ 'ਚ ਪ੍ਰਪੱਕ ਜਾਣਦਾ ਸੀ। ਮਿਸਾਲ ਦੇ ਤੌਰ 'ਤੇ ਹਿੰਦੂ ਵੀਰ ਕਹਿੰਦੇ ਸੀ ਕਿ ਕੇਵਲ ਪਰਮੇਸ਼ਰ ਦੀ ਪ੍ਰਾਪਤੀ ਸਾਨੂੰ ਹੋ ਸਕਦੀ, ਹੋਰ ਰਾਹ ਹੀ ਕੋਈ ਨਹੀਂ। ਔਰ ਮੁਸਲਮਾਨ ਵੀਰ ਕਹਿੰਦੇ ਸੀ ਕਿ ਪਰਮੇਸ਼ਰ ਦੀ ਅੱਲਾ ਦੀ ਪ੍ਰਾਪਤੀ ਕੇਵਲ ਸ਼ਰਅ ਦੇ ਰਾਹ 'ਤੇ ਚੱਲਿਆ ਹੁੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ 'ਚ ਆਏ, ਇੱਕ ਤਾਂ 2 ਧਰਮਾਂ ਔਰ ਦੂਸਰਾ ਜੋ ਹਿੰਦੂ ਮਤ ਹੈ, ਸਨਾਤਨ ਮਤ ਹੈ, ਉਹਦੇ ਵਿੱਚ ਵਰਨ ਵੰਡ ਸੀ ਜੀ। ਆਪਾਂ ਆਉਣਾ ਵਾ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਵਾਲੇ ਪਾਸੇ, ਪਰ ਵੇਖੀਏ ਵੀ ਉਸ ਸਮੇਂ ਸਮਾਜ ਦੀ ਹਾਲਤ ਕਿਹੋ ਜਿਹੀ ਸੀ, ਸਮਾਜ ਦੇ ਵਿੱਚ ਔਰਤ ਦਾ ਕੀ ਸਥਾਨ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ 'ਚ ਆਉਂਦੇ ਆ, ਜੋ ਸਨਾਤਨ ਮਤ ਹਿੰਦੂ ਮਤ ਆ, ਇਹ ਵਰਨ ਵੰਡ 'ਚ ਵੰਡਿਆ ਹੋਇਆ ਹੈ। 4 ਸ਼੍ਰੇਣੀਆਂ 'ਚ ਇਸ ਧਰਮ ਨੂੰ ਵੰਡਿਆ ਹੋਇਆ ਹੈ। ਬ੍ਰਾਹਮਣ,
ਖੱਤਰੀ ਔਰ ਵੈਸ਼ ਔਰ ਸ਼ੂਦ, ਸ਼ੂਦ। ਇਹ ਚਾਰ ਵਰਨਵੰਡ ਉਸ ਸਮੇਂ ਦੇ ਪੁਜਾਰੀ ਨੇ, ਸਮੇਂ ਦੇ ਜੋ ਸਮੇਂ ਆਪਣੇ ਨੂੰ ਧਰਮ ਦੇ ਨੁਮਾਇੰਦੇ ਘਵਾਉਂਦੇ ਸੀ, ਉਹਨਾਂ ਨੇ ਚਾਰ ਸ਼੍ਰੇਣੀਆਂ 'ਚ ਸਾਰੇ ਧਰਮ ਨੂੰ ਵੰਡ ਦਿੱਤਾ। ਔਰ ਇਸੇ ਪ੍ਰਕਾਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਹ ਪੁਰਬ ਦਾ ਸਮਾਂ ਆਉਂਦਾ ਏ, ਉਸ ਸਮੇਂ ਹਾਲਾਤ ਇਹੋ ਜਿਹੇ ਸੀ ਕਿ ਇੱਕ ਤਾਂ ਸਨਾਤਨ ਮਤ ਇਹ ਮੰਨਦਾ ਹੈ ਜੀ, ਹਿੰਦੂ ਧਰਮ ਇਹ ਮੰਨਦਾ ਕਿ ਜੇ ਤੁਸਾਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਆ ਫਿਰ ਤੁਹਾਨੂੰ ਆਪਣਾ ਘਰ ਛੱਡਣਾ ਪਊਗਾ ਜੀ। ਉਹ ਕੇਵਲ ਕਹਿੰਦੇ ਜਾਂ ਕੇਵਲ ਸੰਸਾਰ ਔਰ ਜਾਂ ਨਿਰੰਕਾਰ ਕਰਤਾਰ। ਉਹ ਕਹਿੰਦੇ ਉਹਨਾਂ ਦੀ ਫਿਲਾਸਫੀ ਇਹ ਵੀ ਗ੍ਰਹਿਸਥ ਧਰਮ 'ਚ ਰਹਿੰਦੇ ਆ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹੀ ਕਾਰਨ ਸੀ ਕਿ ਪੁਰਾਤਨ ਸਮੇਂ ਦੇ ਅੰਦਰ ਤੁਸੀਂ ਦੇਖਿਆ ਹੋਣਾ ਹੈ ਕਿ ਉਸ ਸਮੇਂ ਇਸ ਗੱਲ ਨੂੰ ਮੁੱਖ ਬਣਾ ਕੇ ਵੱਡੇ ਵੱਡੇ ਰਾਜੇ ਉਹਨਾਂ ਕੋਲੋਂ ਵੀ ਰਾਜ ਛਡਾ ਦਿੱਤੇ ਗਏ ਕਿ ਜੇ ਤੁਸੀਂ ਰੱਬ ਦੀ ਪ੍ਰਾਪਤੀ ਕਰਨੀ ਆ ਫਿਰ ਤੁਹਾਨੂੰ ਸਾਰਾ ਕੰਮ ਕਾਜ ਸੰਸਾਰੀ ਰੀਤ ਛੱਡ ਕੇ ਔਰ ਉਦਾਸੀ ਮਤ ਜੰਗਲਾਂ 'ਚ ਜਾਣਾ ਪਊਗਾ ਤੁਹਾਨੂੰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਮਹਾਰਾਜ ਸਾਹਿਬ ਸਿੱਧਾ ਨਾ ਗੋਸ਼ਟ ਹੁੰਦੀ ਹੈ ਨਾ, ਸਿੱਧਾ ਨਾ ਗੋਸ਼ਟ ਦੌਰਾਨ ਵੀ ਜਿਹੜਾ ਭੰਗਰਨਾਥ ਜੋਗੀ ਆ ਉਹ ਇਹੀ ਗੱਲ ਕਹਿੰਦਾ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਜੀ ਵੀ ਮੈਂ ਤੁਹਾਨੂੰ ਇੱਕ ਸੰਨਿਆਸੀ ਉਦਾਸੀ ਮੰਨਦਾ ਵਾਂ, ਪਰ ਤੁਸੀਂ ਕਿਹੜੀ ਪੁੱਠੀ ਰੀਤ ਚਲਾਤੀ। ਪੁੱਛੇ ਜੋਗੀ ਭੰਗਰਨਾਥ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦਾ ਮਹਾਰਾਜ ਕਿ ਤੁਸੀਂ ਚੰਗਾ ਭਲਾ ਇਹ ਧਰਮ ਦਾ ਲਿਬਾਸ ਧਾਰਨ ਕੀਤਾ ਸੀ, ਪਰ ਹੁਣ ਤੁਸੀਂ ਸਭ ਕੁਝ ਛੱਡ ਕੇ ਕਰਤਾਰਪੁਰ ਦੀ ਧਰਤੀ ਆ ਗਏ ਔਰ ਉੱਥੇ ਆ ਕੇ ਖੇਤੀ ਵੀ ਕੀਤੀ ਆ। ਕਹਿੰਦਾ ਭਾਵ ਵੀ ਉਸ ਸਮੇਂ ਕੇਵਲ ਤਾਂ ਕੇਵਲ ਇਹ ਸੀ ਵੀ ਜਿਹੜਾ ਗ੍ਰਸਤੀ ਆ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਆ ਤੇ ਤੁਹਾਨੂੰ ਗ੍ਰਸਤ ਮਾਰਗ ਛੱਡ ਕੇ ਤੇ ਜੰਗਲਾਂ 'ਚ ਜਾਣਾ ਪਊਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਸਿੱਖ ਧਰਮ ਨਵੇਕਲਾ ਧਰਮ ਚਲਾਇਆ ਮਹਾਰਾਜ ਨੇ, ਜਿੱਥੇ ਸੱਚੇ ਪਾਤਸ਼ਾਹ ਨੇ ਪੁਰਾਣੀਆਂ ਸਾਰਿਆਂ ਰਾਹ ਰੀਤੀਆਂ ਨੂੰ ਮਹਾਰਾਜ ਨੇ ਉਹਨਾਂ ਦਾ ਖੰਡਨ ਕੀਤਾ ਜੀ। 9 ਸਾਲ ਦੀ ਉਮਰ ਵਿੱਚ ਜਦੋਂ ਮਹਾਰਾਜ ਸਾਹਿਬ ਨੂੰ ਜਨੇਊ ਪਾਉਣ ਲੱਗੇ ਆ, ਉੱਥੇ ਸੱਚੇ ਪਾਤਸ਼ਾਹ ਨੇ ਵੇਖੋ ਘਰੇ ਪ੍ਰੋਗਰਾਮ ਹੋਵੇ, ਮਹਾਰਾਜ ਸਾਹਿਬ ਪਹਿਲਾਂ ਵੀ ਕਹਿ ਸਕਦੇ ਸੀ ਕਿ ਮੈਂ ਨਹੀਂ ਜਨੇਊ ਪਾਉਣਾ, ਪਰ ਮਹਾਰਾਜ ਨੇ ਜਦੋਂ ਸਾਰਾ ਇਹ ਪ੍ਰਪੰਚ ਤਿਆਰ ਹੋ ਗਿਆ, ਸਾਰੇ ਸਕੇ ਸੰਬੰਧੀ ਆ ਗਏ ਆ, ਸਮੇਂ ਦੇ ਪੁਜਾਰੀ ਆ ਗਏ, ਮਹਾਰਾਜ ਸਾਹਿਬ ਉਸ ਸਮੇਂ ਆ ਕੇ ਪੰਡਤ ਨੂੰ ਕਹਿ ਰਹੇ ਬ੍ਰਾਹਮਣ ਨੂੰ, ਕਿਉਂ ਸੱਚੇ ਪਾਤਸ਼ਾਹ ਸਾਰੀ ਲੋਕਾਈ ਤੱਕ ਆਪਣਾ ਸੰਦੇਸ਼ ਪਹੁੰਚਾਉਣਾ ਚਾਹੁੰਦੇ ਸੀ। 9 ਸਾਲ ਦੀ ਉਮਰ 'ਚ ਆ ਕੇ ਸੱਚੇ ਪਾਤਸ਼ਾਹ ਜਦੋਂ ਜਨੇਊ ਪਾਉਣ ਲੱਗੇ, ਉਦੋਂ ਮਹਾਰਾਜ ਨੇ ਕਿਹਾ ਵੀ ਮੈਨੂੰ ਜਨੇਊ ਤੋਂ ਇਨਕਾਰ ਨਹੀਂ, ਪਰ ਜਨੇਊ ਦੀ ਸ਼ਰਤ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਇਹ ਸੱਚੇ ਪਾਤਸ਼ਾਹ ਨੇ ਕਿਹਾ ਮੈਨੂੰ ਜਨੇਊ ਤੋਂ ਇਨਕਾਰ ਨਹੀਂ, ਪਰ ਜਨੇਊ ਦੀ ਸ਼ਰਤ ਆ ਜਿਹੜੀਆਂ ਪੁਰਾਣੀਆਂ ਰਾਹ ਰੀਤੀਆਂ ਸੀ ਸੱਚੇ ਪਾਤਸ਼ਾਹ ਨੇ ਸਭ ਨੂੰ ਪਿਛਾਂਹ ਕਰ ਦਿੱਤਾ। ਮਿਸਾਲ ਦੇ ਤੌਰ 'ਤੇ ਵੇਖੋ ਕੋਈ ਧਰਮ ਇਹੋ ਜਿਹੇ ਜਿਹੜੇ ਔਰਤ ਨੂੰ ਬਹੁਤ ਗਿਰਿਆ ਹੋਇਆ, ਇੱਥੋਂ ਤੱਕ ਉਹ ਕਿ ਔਰਤ ਨੂੰ ਨਰਕ ਦੁਆਰੀ ਮੰਨਦੇ ਆ। ਕੁਝ ਮਤ ਕਹਿੰਦੇ ਆ ਵੀ ਔਰਤ ਵਿੱਚ ਆਤਮਾ ਹੁੰਦੀ ਨਹੀਂ ਆ, ਔਰ ਕੁਝ ਮਤ ਇਹ ਮੰਨਦੇ ਆ ਵੀ ਔਰਤ ਗੁਰੂ ਦਕਸ਼ਨਾ ਲੈਣ ਦੀ ਅਧਿਕਾਰੀ ਨਹੀਂ ਹੈਗੀ। ਪੁਰਾਤਨ ਸਮੇਂ ਔਰਤ ਨੂੰ ਇੰਨਾ ਮਾੜਾ ਔਰ ਇੰਨਾ ਪਿਛੜਿਆ ਮੰਨਿਆ ਜਾਂਦਾ ਸੀ ਕਿ ਔਰਤ ਨੂੰ ਗੁਰੂ ਦਕਸ਼ਨਾ ਲੈਣ ਦੀ ਵੀ ਅਧਿਕਾਰ ਨਹੀਂ ਸੀ। ਮਿਸਾਲ ਦੇ ਤੌਰ 'ਤੇ ਜੋ ਜਨੇਊ ਸੀ ਇਹ ਬ੍ਰਾਹਮਣ ਦਾ ਹੋਰ, ਖੱਤਰੀ ਦਾ ਹੋਰ ਔਰ ਵੈਸ਼ ਦਾ ਹੋਰ, ਔਰ ਸ਼ੂਦਰ ਨੂੰ ਕੋਈ ਅਧਿਕਾਰ ਨਹੀਂ। ਬ੍ਰਾਹਮਣ ਦਾ ਜਨੇਊ ਰੇਸ਼ਮ ਦਾ, ਖੱਤਰੀ ਦਾ ਸੂਤ ਦਾ, ਇਸੇ ਪ੍ਰਕਾਰ ਜੋ ਵੈਸ਼ ਆ ਉਹਦਾ ਵਾਣ ਦਾ, ਔਰ ਸ਼ੂਦਰ ਨੂੰ ਕੋਈ ਅਧਿਕਾਰ ਨਹੀਂ। ਬ੍ਰਾਹਮਣ 7 ਸਾਲ ਦੀ ਉਮਰ 'ਚ, ਖੱਤਰੀ 9 ਸਾਲ ਦੀ ਉਮਰ 'ਚ, ਔਰ ਵੈਸ਼ 11 ਸਾਲ ਦੀ ਉਮਰ 'ਚ, ਪਰ ਸ਼ੂਦਰ ਨੂੰ ਕੋਈ ਅਧਿਕਾਰ ਨਹੀਂ। ਇਸ ਤੋਂ ਇਲਾਵਾ ਔਰਤ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਕਿਸੇ ਵੀ ਜਾਤੀ ਨਾਲ, ਕਿਸੇ ਵਰਨ ਨਾਲ ਸੰਬੰਧਿਤ ਹੋਵੇ, ਭਾਵੇਂ ਉਹ ਬ੍ਰਾਹਮਣ ਦੀ ਪਤਨੀ ਆ ਜਾਂ ਔਰਤ ਆ, ਭਾਵੇਂ ਉਹ ਖੱਤਰੀ ਦੀ ਆ ਅਤੇ ਭਾਵੇਂ ਉਹ ਸ਼ੂਦਰ ਦੀ ਆ, ਭਾਵੇਂ ਉਹ ਵੈਸ਼ ਦੀ ਆ, ਕਿਸੇ ਨੂੰ ਅਧਿਕਾਰ ਨਹੀਂ ਹੈਗਾ। ਧਰਮ ਨੂੰ ਅਪਣਾਉਣ ਦਾ, ਜਨੇਊ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਿੱਖ ਧਰਮ ਨਵੇਕਲੇ ਧਰਮ ਦੀ ਰੀਹ ਨਹੀਂ ਰੱਖੀ, ਮਹਾਰਾਜ ਨੇ ਫਿਰ ਸੋ ਕਿਉ ਬੰਦਾ ਆਖੀ ਹੈ ਜਿਤ ਜੰਮਹਿ ਰਾਜਾਨ ਵਾਲਾ ਸੰਦੇਸ਼ ਸੱਚੇ ਪਾਤਸ਼ਾਹ ਲਕਾਈ ਦੇ ਸਾਹਮਣੇ ਰੱਖਿਆ ਮਹਾਰਾਜ ਨੇ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖੋ ਸਿੱਖ ਦਾ ਧਰਮ ਦਾ ਤੇ ਇਹ ਅਸੂਲ ਹੀ ਇਹ ਵਾ। ਭਾਈ ਗੁਰਦਾਸ ਜੀ ਬੜਾ ਸਪਸ਼ਟ ਲਿਖਦੇ ਆ, ਕਹਿੰਦੇ ਗਿਆਨਨ ਮੇ ਗਿਆਨ ਔਰ ਧਿਆਨਨ ਮੇ ਧਿਆਨ ਗੁਰ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਉਹਨਾਂ ਨੇ ਗ੍ਰਸਤੀ ਨੂੰ ਪ੍ਰਧਾਨ ਕਿਹਾ। ਇੱਥੇ ਇਹ ਨਹੀਂ
ਕਿ ਜੇ ਤੁਸੀਂ ਵਿਆਹ ਕਰਵਾ ਲਿਆ, ਆਨੰਦ ਕਾਰਜ ਕਰਵਾ ਲਿਆ, ਜੇ ਤੁਸੀਂ ਗ੍ਰਹਿਸਥ ਧਰਮ 'ਚ ਆ ਗਏ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਸਿੱਖ ਧਰਮ ਦਾ ਅਸੂਲ ਹੀ ਇਹ ਵਾ, ਹਸੰਦਿਆਂ ਪਹਿਨੰਦਿਆਂ ਖਲੰਦਿਆਂ ਖਪੰਦਿਆਂ ਵਿੱਚੇ ਹੋਵੇ ਮੁਕਤ। ਇੱਥੇ ਵਿੱਚੇ ਮੁਕਤ ਦੀ ਜੁਗਤੀ ਆ। ਇੱਥੇ ਇਹ ਨਹੀਂ ਕਿ ਜੇ ਤੁਸੀਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਆ ਤਾਂ ਤੁਹਾਨੂੰ ਗ੍ਰਹਿਸਥ ਧਰਮ ਛੱਡ ਕੇ ਜੰਗਲਾਂ 'ਚ ਜਾਣਾ ਪਊਗਾ, ਨਹੀਂ। ਇੱਥੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਦੀ ਫਿਲਾਸਫੀ ਆ। ਇੱਥੇ ਸਭ ਕੁਛ ਘਰ ਮਹਿ ਬਾਹਰ ਨਹੀਂ ਦੀ ਫਿਲਾਸਫੀ ਆ। ਇੱਥੇ ਜੰਗਲ ਜੰਗਲ ਕਿਆ ਭਵਹਿ ਵਨ ਕੰਡਾ ਮੋੜੈ ਦੀ ਫਿਲਾਸਫੀ ਆ। ਮਹਾਰਾਜ ਸਾਹਿਬ ਕਹਿੰਦੇ ਕਿ ਜੇ ਤੁਸੀਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਆ ਤੇ ਜੰਗਲਾਂ 'ਚ ਨਾ ਜਾਓ, ਆਪਣੇ ਘਰ ਰਹਿ ਕੇ, ਹਾਂ ਪਰ ਘਰ ਵਿੱਚ ਰਹਿ ਕੇ ਜਿਵੇਂ ਮਰਗਾਬੀ ਪਾਣੀ ਵਿੱਚ ਰਹਿ ਕੇ ਵੀ ਪਾਣੀ ਤੋਂ ਉਹਦੇ ਪਖੰਭ ਨਹੀਂ ਭਿੱਜਦੇ, ਉਹ ਨਿਰਲੇਪ ਆ। ਮਹਾਰਾਜ ਕਹਿੰਦੇ ਗ੍ਰਹਿਸਥ 'ਚ ਰਹੋ ਪਰ ਯਤਨ ਕਰਨਾ ਵਾ ਗੁਰਮੰਤਰ ਔਰ ਮੂਲ ਮੰਤਰ ਦਾ ਅਭਿਆਸ ਰਹੀ। ਐਸ ਜੋ ਸੰਸਾਰ ਦਾ ਜੋ ਕਾਲਖ ਆ ਉਹ ਤੋਂ ਬਚਣ ਦਾ ਯਤਨ ਕਰਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਮਰ ਜਦੋਂ ਕਰੀਬ 18 ਕੁ ਸਾਲ ਦੀ ਹੁੰਦੀ ਆ, ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੀ ਭੈਣ ਔਰ ਭਣਵਈਆ ਜਿਨ੍ਹਾਂ ਨੂੰ ਭਈਆ ਜੈ ਰਾਮ ਜੀ ਔਰ ਭੈਣ ਨਾਨਕੀ ਜੀ ਦੇ ਕੋਲ ਸੁਲਤਾਨਪੁਰ ਦੀ ਧਰਤੀ 'ਤੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ ਜਦੋਂ ਵੇਖਿਆ ਕਿ ਇਹ ਜੇ ਪਹਿਲਾਂ ਸੱਚਾ ਸੌਦਾ ਕਰਨ ਭੇਜਿਆ, ਉਹ ਵੀ ਉਹਨਾਂ ਭੁੱਖੇ ਸਾਧੂ ਨੂੰ ਖਵਾਇਆ। ਉਸ ਤੋਂ ਉਪਰੰਤ ਫਿਰ ਜਦੋਂ ਵੀ ਡੰਗਰ ਦੇ ਕੇ ਚਾਰ ਲਈ ਭੇਜਿਆ, ਫਿਰ ਲੋਕ ਰੌਲਾ ਪਾਉਂਦੇ ਆ ਕਿ ਸਾਡਾ ਪਸ਼ੂਆਂ ਨੂੰ ਨੁਕਸਾਨ ਕੀਤਾ, ਭਾਵੇਂ ਕਿ ਫਿਰ ਬਿਲਕੁਲ ਠੀਕ ਰਿਹਾ। ਇਹ ਸਭ ਕੁਝ ਵੇਖ ਕੇ ਪਿਤਾ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈਆ ਜੈ ਰਾਮ ਜੀ ਦੇ ਕੋਲ ਭੇਜ ਦਿੱਤਾ। ਭਾਈਆ ਜੈ ਰਾਮ ਜੀ ਦੇ ਕੋਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੋਦੀ ਦੀ ਕਿਰਤ ਕਰਦੇ ਆ। ਉੱਥੇ ਰਹਿੰਦੇ ਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਗਾਈ, ਮਹਾਰਾਜ ਦਾ ਰਿਸ਼ਤਾ ਭਾਈ ਮੂਲੇ ਖੱਤਰੀ ਜੀ ਦੀ ਜੋ ਬਟਾਲੇ ਦੇ ਰਹਿਣ ਵਾਲੇ ਸੀ, ਉਹਨਾਂ ਦੀ ਸਪੁੱਤਰੀ ਬੀਬੀ ਸੁਲੱਖਣੀ ਜਿਹਨੂੰ ਆਪਾਂ ਮਾਤਾ ਸੁਲੱਖਣੀ ਜੀ ਕਹਿੰਦੇ ਆ, ਉਹਨਾਂ ਦੇ ਨਾਲ ਨਿਯਤ ਹੋਇਆ। ਕਵੀ ਭਾਈ ਸੰਤੋਖ ਸਿੰਘ ਹੁਣੀ ਇਹ ਗੱਲ ਦਾ ਜ਼ਿਕਰ ਕਰਦੇ ਆ, ਕਹਿੰਦੇ ਵੀ ਕਰੀਬ ਸਾਲ ਕੁ ਤੱਕ ਇਹ ਸਗਾਈ ਰਹੀ। ਸਾਲ ਕੁ ਬਾਅਦ ਭਾਈ ਮੂਲਾ ਖੱਤਰੀ ਜੀ ਨੇ ਫਿਰ ਸਮਾਂ ਨਿਯਤ ਕਰਵਾ ਕੇ ਹਾੜ ਸੁਦੀ ਸਤਵੀਂ ਇਹ ਦੀ ਨਿਯਤ ਕਰਵਾ ਕੇ ਰਸਾਈ ਚਿੱਠੀ ਲਿਖ ਕੇ ਇੱਕ ਬ੍ਰਾਹਮਣ ਦੇ ਹੱਥ ਭਾਈਆ ਜੈ ਰਾਮ ਜੀ ਨੂੰ ਸੁਲਤਾਨਪੁਰ ਦੀ ਧਰਤੀ 'ਤੇ ਭੇਜਦੇ ਆ। ਪੁਰਾਤਨ ਸਮੇਂ ਇਹ ਰੀਤ ਸੀ ਜੀ। ਪੁਰਾਤਨ ਸਮੇਂ ਕਹਿ ਲਓ ਵੀ ਲਾਗੀ ਜਾਂ ਬ੍ਰਾਹਮਣ ਇਹ ਰਿਸ਼ਤੇ ਕਰਵਾਉਂਦੇ ਔਰ ਕਰਦੇ ਹੁੰਦੇ ਸੀ। ਲੈ ਕੇ ਜਾਣਾ ਜਾਂ ਕੋਈ ਚਿੱਠੀ ਦੇਣੀ ਹੈ ਜੀ। ਜਿਵੇਂ ਅੱਜ ਕੱਲ੍ਹ ਦੀ ਰੀਤ ਹੈ ਵੀ ਅੱਜ ਕੱਲ੍ਹ ਵੀ ਸਾਈ ਚਿੱਠੀ ਆਉਂਦੀ, ਪਰ ਇਹ ਕੇਵਲ ਫਾਰਮੈਲਿਟੀ ਆ ਕਿ ਕੇਵਲ ਦਿਹਾੜੀ ਕੁ ਪਹਿਲਾਂ ਸਾਈ ਚਿੱਠੀ ਆ ਜਾਂਦੀ ਹੈ ਸਗਨ ਵਾਲੇ ਦਿਨ। ਪਰ ਉਸ ਸਮੇਂ ਇਹ ਕਈ ਦਿਨ ਪਹਿਲਾਂ ਜਾਂ ਐਵੇਂ ਕਹਿ ਲਓ ਵੀ ਕਈ ਮਹੀਨੇ ਪਹਿਲਾਂ ਇਹ ਸਾਈ ਚਿੱਠੀ ਭੇਜ ਦਿੱਤੀ ਜਾਂਦੀ ਸੀ, ਦਿਨ ਨਿਯਤ ਕਰਕੇ ਔਰ ਸਾਈ ਚਿੱਠੀ ਭੇਜ ਦਿੱਤੀ ਜਾਂਦੀ ਸੀ ਕਿ ਆਹ ਦਿਨ ਆਪਾਂ ਵਿਆਹ ਲਈ ਨਿਯਤ ਕੀਤਾ ਹੈ। ਭਾਈ ਮੂਲੇ ਖੱਤਰੀ ਜੀ ਨੇ ਇੱਕ ਬ੍ਰਾਹਮਣ ਦੇ ਹੱਥ ਇੱਕ ਸਾਈ ਚਿੱਠੀ ਲਿਖ ਕੇ ਔਰ ਨਾਲ ਕੁਝ ਮਠਿਆਈ ਬਹੁਤ ਸਤਿਕਾਰ ਦੇ ਨਾਲ ਭਾਈਆ ਜੈ ਰਾਮ ਜੀ ਵੱਲ ਭੇਜੀ। ਜਦੋਂ ਉਹ ਬ੍ਰਾਹਮਣ ਭਾਈਆ ਜੈ ਰਾਮ ਜੀ ਦੇ ਕੋਲ ਸੁਲਤਾਨਪੁਰ ਦੀ ਧਰਤੀ ਪਹੁੰਚਦਾ ਹੈ, ਭਾਈਆ ਜੈ ਰਾਮ ਜੀ ਨੇ ਉਹਦਾ ਬੜਾ ਸਤਿਕਾਰ ਕੀਤਾ। ਜਦੋਂ ਸਾਈ ਚਿੱਠੀ ਪ੍ਰਾਪਤ ਹੋਈ, ਉਹ ਸਾਈ ਚਿੱਠੀ ਭਾਈਆ ਜੈ ਰਾਮ ਜੀ ਨੇ ਆਪਣੀ ਸੁਪਤਨੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭੈਣ ਜੀ ਭੈਣ ਬੇਬੇ ਨਾਨਕੀ ਜੀ ਨੂੰ ਉਹ ਚਿੱਠੀ ਵਿਖਾਈ। ਬੇਬੇ ਜੀ ਨੂੰ ਜਦੋਂ ਚਿੱਠੀ ਵਿਖਾਈ ਤੇ ਭਾਈ ਸਾਹਿਬ ਲਿਖਦੇ, ਭਾਈ ਸੰਤੋਖ ਸਿੰਘ ਹੁਣੀ ਕਹਿੰਦੇ ਬੇਬੇ ਨਾਨਕੀ ਜੀ ਨੂੰ ਬਹੁਤ ਚਾਅ ਚੜਿਆ ਵੀ ਮੇਰੇ ਭਰਾ ਦਾ ਵਿਆਹ ਨਿਯਤ ਹੋ ਗਿਆ। ਉਹਨਾਂ ਉਸੇ ਸਮੇਂ ਆਪਣੇ ਸਾਰੇ ਸਕੇ ਸੰਬੰਧੀਆਂ ਨੂੰ ਸੁਨੇਹਾ ਭੇਜੇ ਔਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇੱਧਰੋਂ ਫਿਰ ਭਾਈ ਜੈ ਰਾਮ ਜੀ ਇੱਕ ਪੱਤਰਕਾ ਲਿਖਦੇ ਆ। ਉਹ ਪੱਤਰਕਾ ਲਿਖ ਕੇ ਇੱਕ ਬ੍ਰਾਹਮਣ ਜਿਹਦਾ ਨਾਮ ਨਿੱਧਾ ਇਤਿਹਾਸ 'ਚ ਆਉਂਦਾ ਜੀ, ਨਿੱਧੇ ਬ੍ਰਾਹਮਣ ਦੇ ਹੱਥ ਇੱਕ ਪੱਤਰਕਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਮਹਿਤਾ ਕਾਲੂ ਜੀ, ਕਲਿਆਣਦਾਸ ਜੀ ਔਰ ਮਾਤਾ ਜੀ ਵੱਲ ਰਾਏਪੁਰ ਦੀ ਤਲਵੰਡੀ ਦੇ ਭੇਜਦੇ ਆ। ਜਦੋਂ ਉਹ ਨਿੱਧੇ ਨਾਮ ਦਾ ਬ੍ਰਾਹਮਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿੰਡ ਪੁਰਾਣੇ ਰਾਏਪੁਰ ਦੀ ਤਲਵੰਡੀ ਪਹੁੰਚਦਾ ਏ ਔਰ ਜਾ ਕੇ ਉਹ ਪੱਤਰਕਾ ਜਿਹਦੇ ਵਿੱਚ ਭਾਈਆ ਜੈ ਰਾਮ ਜੀ ਨੇ ਵਿਆਹ ਦੀ ਜੋ ਤਰੀਕ ਨਿਯਤ ਕਰਕੇ ਭੇਜੀ ਹੋਈ ਆ ਉਹ ਲਿਖ ਕੇ ਭੇਜੀ ਔਰ ਨਾਲ ਕੁਝ ਮਠਿਆਈ ਇਹ ਭੇਜੀ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਜੀ ਜਦੋਂ ਉਹਨਾਂ ਨੂੰ ਇਹ ਚਿੱਠੀ ਪੱਤਰਕਾ ਮਿਲਦੀ ਆ, ਉਸੇ ਸਮੇਂ ਉਹਨਾਂ ਨੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਔਰ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ, ਉਹਨਾਂ ਨੇ ਵੀ ਆਪਣੇ ਪਿਛੇ ਪੇਕਿਆਂ ਨੂੰ, ਕਿਉਂਕਿ ਉਸ ਸਮੇਂ ਇਹ ਰਿਵਾਜ਼ ਸੀ
ਕਿ ਨਾਨਕਿਆਂ ਨੂੰ ਉਚੇਚੇ ਤੌਰ 'ਤੇ ਸਿੱਧਾ ਭੇਜਿਆ ਜਾਂਦਾ ਸੀ। ਭਾਈਆ ਜੈ ਰਾਮ ਜੀ ਵੱਲੋਂ ਚਿੱਠੀ ਪਹੁੰਚਦੀ ਆ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਰਾਏਪੁਰ ਦੀ ਤਲਵੰਡੀ। ਇੱਥੋਂ ਫਿਰ ਇੱਕ ਪੱਤਰਕਾਰ ਭੇਜੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਨਕਿਆਂ ਨੂੰ। ਇੱਧਰੋਂ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸਾਰੇ ਸਕੇ ਸੰਬੰਧੀ ਨੂੰ ਜੋ ਵੀ ਉਹਨਾਂ ਦੇ ਬੇਦੀ ਕੁਲ ਦੇ ਸੀ, ਸਿਰਮੌਰ ਸੀ, ਸਾਰਿਆਂ ਨੂੰ ਸੁਨੇਹਾ ਭੇਜ ਦਿੱਤਾ ਜਾਂਦਾ। ਸਾਰੇ ਵਿਆਹ ਦੀ ਤਿਆਰੀਆਂ ਸ਼ੁਰੂ ਕਰ ਦਿੰਦੇ ਆ। ਇੱਧਰੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਜੀ ਮਹਿਤਾ ਕਾਲੂ ਜੀ, ਉਸ ਜੋ ਇਲਾਕੇ ਦੇ ਚੌਧਰੀ ਸੀ ਰਾਏ ਬੁਲਾਰ ਜੀ, ਉਹਨਾਂ ਦੇ ਕੋਲ ਜਾਂਦੇ ਆ। ਰਾਏ ਬੁਲਾਰ ਜੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਬੇਨਤੀ ਕਰਦੇ ਆ, ਕਹਿੰਦੇ ਕਿ ਰਾਏ ਜੀ ਵੀ ਮੇਰੇ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੰਨੀ ਤਰੀਕ ਨੂੰ ਵਿਆਹ ਨਿਯਤ ਹੋ ਗਿਆ ਵਾ, ਔਰ ਤੁਸੀਂ ਕਿਰਪਾ ਕਰੋ ਜਦੋਂ ਸ਼ਬਦ ਵਰਤੇ ਵੀ ਤੁਹਾਡਾ ਦਾਸ, ਵੀ ਤੁਹਾਡੇ ਦਾਸ ਦਾ ਵਿਆਹ ਨਿਯਤ ਹੋਇਆ ਵਾ, ਇਸ ਗੱਲ ਦਾ ਗੁੱਸਾ ਰਾਏ ਬੁਲਾਰ ਜੀ ਕਰਦੇ ਆ। ਰਾਏ ਬੁਲਾਰ ਜੀ ਕਹਿੰਦੇ ਵੀ ਤੁਸਾਂ ਅਜੇ ਤੱਕ ਆਪਣੇ ਪੁੱਤਰ ਨੂੰ ਕੇਵਲ ਪੁੱਤਰ ਜਾਣਿਆ ਵਾ, ਉਹ ਮੇਰੇ ਦਾਸ ਨਹੀਂ, ਮੈਂ ਉਹਨਾਂ ਦਾ ਦਾਸ ਆ, ਉਹ ਸਾਰੀ ਸ੍ਰਿਸ਼ਟੀ ਨੂੰ ਤਾਰਨ ਆਏ ਆ। ਔਰ ਜਦੋਂ ਇਹ ਗੱਲਾਂ ਕੀਤੀਆਂ ਰਾਏ ਬੁਲਾਰ ਜੀ ਨੇ ਤੇ ਮਹਿਤਾ ਕਾਲੂ ਜੀ ਫਿਰ ਖਿਮਾ ਵੀ ਮੰਗਦੇ ਆ। ਖਿਮਾ ਮੰਗ ਕੇ ਰਾਏ ਬੁਲਾਰ ਜੀ ਆਪਣੇ ਕੋਲੋਂ ਬਹੁਤ ਸਾਰਾ ਧਨ ਪਦਾਰਥ, ਪਾਲਕੀਆਂ ਔਰ ਘੋੜੇ ਔਰ ਹਾਥੀ, ਇਹ ਸਾਰਾ ਪਦਾਰਥ ਦੇ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਨੂੰ ਦਿੰਦੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਧੂਮ-ਧਾਮ ਨਾਲ ਕਰਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਫਿਰ ਕੁਝ ਦਿਨ ਪਹਿਲਾਂ ਇੱਥੋਂ ਰਾਏਭੋਜ ਦੀ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਦੀ ਧਰਤੀ 'ਤੇ ਆਉਂਦੇ ਆ ਆਪਣੇ ਸਾਰੇ ਸੱਕੇ ਸੰਬੰਧੀਆਂ ਦੇ ਨਾਲ। ਜਿੱਦਣ ਦਿਨ ਨਿਯਤ ਕੀਤਾ ਜਾਂਦਾ ਵਾ ਉਸ ਦਿਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਸੰਤੋਖ ਸਿੰਘ ਨੂੰ ਲਿਖਦੇ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਚਿਹਰਾ ਵਾ ਉਹਦੀ ਚਮਕ ਪਹਿਲਾਂ ਨਹੀਂ ਚੱਲੀ ਜਾਂਦੀ, ਪਰ ਉਸ ਦਿਨ ਜਿੱਦਣ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬਹੁਤ ਸੋਹਣੇ ਵਸਤਰ ਪਹਿਨਾਏ ਗਏ ਆ, ਬਹੁਤ ਸੁੰਦਰ ਸੱਚੇ ਪਾਤਸ਼ਾਹ ਸਿਰ ਉੱਪਰ ਦਸਤਾਰ ਆ, ਐਵੇਂ ਆ ਵੀ ਜਿਵੇਂ ਚੰਦਰਮਾ ਆਕਾਸ਼ ਵਿੱਚੋਂ ਕਦੀ ਕਦੀ ਝਾਤੀ ਮਾਰਦਾ ਵਾ ਨਾ, ਫਿਰ ਕਦੀ ਕਦੀ ਬਦਲਾਂ ਦੇ ਓਹਲੇ ਹੋ ਜਾਂਦਾ ਵਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਐਡਾ ਜਲੌ ਵਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਰਾਤ ਫਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚੱਲਦੀ ਆ। ਬਹੁਤ ਸਾਰੀ ਬਰਾਤ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਪਰਿਵਾਰ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਨਕੇ, ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਉਸ ਸਮੇਂ ਉੱਥੋਂ ਦੇ ਮਿੱਤਰ ਸੀ, ਉੱਥੇ ਸੱਚੇ ਪਾਤਸ਼ਾਹ ਸਿੱਖ ਸੰਬੰਧੀ, ਭਾਈਆ ਜੈ ਰਾਮ ਜੀ ਸਿੱਖ ਸੰਬੰਧੀ, ਇਹ ਸਾਰੇ ਇੱਕ ਬਰਾਤ ਦੇ ਰੂਪ ਵਿੱਚ ਨਿਯਤ ਸਮੇਂ 'ਤੇ ਚੱਲ ਕੇ ਔਰ ਹਾੜ ਸੁਦੀ 7ਵੀਂ ਨੂੰ ਬਟਾਲੇ ਧਰਤੀ 'ਤੇ ਪਹੁੰਚਦੇ ਆ, ਜਿਹੜਾ ਆਪਾਂ ਇਹ ਦਿਨ ਬਣਾ ਰਹੇ ਹਾਂ। ਇਸ ਜਗ੍ਹਾ ਆ ਕੇ ਜਿੱਥੇ ਆਪਾਂ ਗੁਰਦੁਆਰਾ ਕੰਧ ਸਾਹਿਬ ਦਰਸ਼ਨ ਕਰਦੇ ਹਾਂ, ਇਸ ਜਗ੍ਹਾ 'ਤੇ ਬਰਾਤ ਦਾ ਉਤਾਰਾ ਕੀਤਾ ਜਾਂਦਾ ਵਾ। ਉਸ ਸਮੇਂ ਇਹ ਰੀਤ ਸੀ ਕਿ ਜਿਵੇਂ ਸਾਲੀਆਂ ਵਾ ਉਹ ਮਖੌਲ ਕਰਦੀਆਂ ਵਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾਣ ਬੁੱਝ ਕੇ ਮਖੌਲ ਦੇ ਰੂਪ ਵਿੱਚ ਇੱਕ ਇਹੋ ਜਿਹੀ ਕੰਧ ਲਾਗੇ ਜਿਹੜੀ ਕਿ ਬਸ ਡਿੱਗਣ ਹੀ ਵਾਲੀ ਆ, ਉਸ ਕੰਧ ਲਾਗੇ ਬਿਠਾ ਦਿੱਤਾ ਜਾਂਦਾ ਵਾ। ਇੱਕ ਮਾਤਾ ਬਜ਼ੁਰਗ, ਉਹ ਮਾਤਾ ਨੂੰ ਪਤਾ ਲੱਗਦਾ ਵਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਾਣ ਬੁੱਝ ਕੇ ਉਹ ਕੱਚੀ ਕੰਧ ਲਾਗੇ ਬਹਾਇਆ ਗਿਆ ਵਾ। ਉਹ ਮਾਤਾ ਚੱਲ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਉਂਦੀ ਨੇ। ਉਹ ਮਾਤਾ ਕਹਿੰਦੀ ਕਿ ਲਾਲ ਜੀ ਵੀ ਇਹ ਕੰਧ ਦੇ ਨੇੜੇ ਤੁਹਾਨੂੰ ਜਾਣ ਬੁੱਝ ਕੇ ਬਿਠਾਇਆ ਗਿਆ ਵਾ, ਤੁਸੀਂ ਕੰਧ ਤੋਂ ਥੋੜ੍ਹਾ ਪਾਸੇ ਹੋ ਕੇ ਬਹਿ ਜਾਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਕਿ ਮਾਤਾ ਭੋਲੀਏ, ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਆ, ਔਰ ਇਹ ਕੰਧ ਜੁਗਾਂ ਤੱਕ ਨਹੀਂ ਢਹਿਣੀ, ਭਾਵੇਂ ਇਹਨੂੰ ਕੋਈ ਲੱਖਾਂ ਧੱਕੇ ਮਾਰੀ ਜਾਵੇ, ਇਹ ਕੰਧ ਜੁਗਾਂ ਤੱਕ ਨਹੀਂ ਢਹਿਣੀ। ਇਹੋ ਜਿਹੇ ਬਚਨ ਸੱਚੇ ਪਾਤਸ਼ਾਹ ਕਰਦੇ ਆ। ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਨੰਦ ਕਾਰਜ ਲਈ ਚੱਲਦੇ ਆ ਜੀ। ਜਿੱਥੇ ਗੁਰਦੁਆਰਾ ਕੰਧ ਸਾਹਿਬ ਆ, ਉਸ ਤੋਂ ਕੇਵਲ 100 ਮੀਟਰ ਦੀ ਦੂਰੀ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜਾ ਸਹੁਰਾ ਘਰ ਆ, ਮਾਤਾ ਸੁਲੱਖਣੀ ਜੀ ਦਾ ਪੇਕਾ ਘਰ, ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹੈ ਜੀ, ਉਸ ਜਗ੍ਹਾ 'ਤੇ ਆ ਕੇ ਮਹਾਰਾਜ ਸਾਹਿਬ ਦੇ ਵਿਆਹ ਦੀ ਆਨੰਦ ਕਾਰਜ ਦੀ ਇਹ ਰੀਤ ਸ਼ੁਰੂ ਕੀਤੀ ਜਾਂਦੀ ਹੈ। ਪੁਰਾਤਨ ਸਮੇਂ ਇਹ ਰੀਤ ਸੀ ਕਿ ਅੱਗ ਦੇ ਦੁਆਲੇ ਫੇਰੇ ਲੈ ਕੇ 7 ਫੇਰੇ ਲੈ ਕੇ ਔਰ ਵਿਆਹ ਦੀ ਸੰਪੂਰਨਤਾ ਕੀਤੀ ਜਾਂਦੀ ਸੀ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਮਹਾਰਾਜ ਨੇ ਸਾਰੇ ਪਖੰਡਾਂ ਦਾ ਖੰਡਨ ਕੀਤਾ ਔਰ ਇੱਕ ਨਵੀਂ ਰੀਤੀ ਚਲਾਈ ਸੱਚੇ ਪਾਤਸ਼ਾਹ ਨੇ। ਇੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਹੁੰਚਦੇ ਆ, ਉਸ ਸਮੇਂ ਦੇ ਜੋ ਬ੍ਰਾਹਮਣ ਆ ਉਹ ਵੇਦੀਆਂ ਬਣਾ ਕੇ ਔਰ ਉਹਨਾਂ ਦਾ ਫੁਰਨਾ ਜਿਵੇਂ ਅੱਗੇ ਸੀਗਾ ਕਿ ਵੇਦੀ ਦੁਆਲੇ ਅੱਗ ਦੁਆਲੇ ਲਾਵਾਂ ਲੈ ਕੇ ਤੇ ਵਿਆਹ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਥੇ ਆ ਕੇ ਫਿਰ ਵਚਨ ਕਰਦੇ, ਮਹਾਰਾਜ ਕਹਿੰਦੇ ਵੀ ਮੈਂ ਕਿਸੇ ਨੂੰ ਕਿਰਤ ਨਾਲ ਨਹੀਂ ਕਰਤੀ ਨਾਲ ਜੋੜਨ ਆਇਆ ਵਾਂ। ਮਹਾਰਾਜ ਕਹਿੰਦੇ ਵੀ ਇਹਦੀ ਆਗਿਆ ਇਹ ਕਿਰਤ ਆ, ਜਿਹੜਾ ਕਰਤਾ ਉਹ ਅਕਾਲ ਪੁਰਖ ਵਾਹਿਗੁਰੂ ਸ਼ਬਦ ਰੂਪ ਆ। ਉੱਥੇ ਫਿਰ
ਪ੍ਰਿੰਸੀਪਲ ਸਤਬੀਰ ਸਿੰਘ ਹੁਣੀ ਆਪਣੀ ਪੁਸਤਕ ਪੂਰਨ ਸੱਚ ਭਰੇ, ਮੈਂ ਜ਼ਿਕਰ ਤਾਂ ਕੀਤਾ ਪੁਸਤਕ ਦਾ ਵੀ ਕੋਈ ਪੁੱਛ ਲੈਂਦਾ ਵੀ ਕਿੱਥੇ ਜ਼ਿਕਰ ਆ। ਭਾਈ ਪ੍ਰਿੰਸੀਪਲ ਸਤਬੀਰ ਸਿੰਘ ਹੁਣੀ ਉਸ ਪੁਸਤਕ ਵਿੱਚ ਜ਼ਿਕਰ ਕਰਦੇ ਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਅੱਗ ਦੁਆਲੇ ਲਾਵਾਂ ਨਹੀਂ ਜੀ ਲਈਆਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਚੰਦਨ ਦੀ ਚੌਂਕੀ ਮੰਗਾਈ, ਉਹਦੇ ਉੱਪਰ ਸੋਹਣੀ ਵਿਛਾਈ ਕਰਕੇ, ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਉੱਪਰ ਇੱਕ ਕਾਗਜ਼ ਉੱਪਰ ਮੂਲ ਮੰਤਰ ਦਾ ਜਾਪ ਲਿਖ ਕੇ ਉਹਨੂੰ ਉਸ ਚੰਦਨ ਦੀ ਚੌਂਕੀ ਉੱਪਰ ਸੁਸ਼ੋਭਿਤ ਕਰਕੇ, ਔਰ ਉਹਦੇ ਦਿਵਾਲੇ ਮਹਾਰਾਜ ਨੇ ਲਾਵਾਂ ਲੈ ਕੇ ਜੋ ਖਾਲਸਾ ਪੰਥ ਸਿੱਖ ਪੰਥ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਧਰਮ ਚਲਾਇਆ, ਉਹਦੇ ਸੱਚੇ ਪਾਤਸ਼ਾਹ ਇੱਕ ਨਿਵੇਕਲੀ ਰੀਤ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਇਮ ਕੀਤੀ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਕਾਰਜ ਜਿਹੜਾ ਆਪਾਂ ਸਿੱਖ ਸੰਗਤਾਂ 'ਚ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਦੇਸ਼ਾਂ ਔਰ ਵਿਦੇਸ਼ਾਂ, ਜਿੱਥੇ ਖਾਸ ਤੌਰ 'ਤੇ ਬਟਾਲੇ ਧਰਤੀ 'ਤੇ, ਉੱਥੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਵਾ, ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਆਹ ਪੁਰਬ ਬੜੀ ਸ਼ਰਧਾ, ਬੜੀ ਭਾਵਨਾ ਔਰ ਬੜੀ ਅਕੀਦਤ ਨਾਲ ਮਨਾ ਰਿਹਾ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਦਿਨ ਇਹ ਮਹਾਰਾਜ ਆਨੰਦ ਕਾਰਜ ਹੁੰਦੇ ਆ, ਔਰ ਸੱਚੇ ਪਾਤਸ਼ਾਹ ਫਿਰ ਜਿਵੇਂ ਸਮਾਜ ਦੇ ਰਾਹ ਰੀਤੀਆਂ, ਪਰ ਇਸ ਆਨੰਦ ਕਾਰਜ ਦੀ ਇਸ ਵਿਆਹ ਦੀ ਰੀਤੀ ਤੋਂ ਗੁਰੂ ਸਾਹਿਬ ਨੇ ਨਿਵੇਕਲੀ ਰੀਤ ਤੋਰੀ, ਜਿਹਨੂੰ ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਚੌਥੇ ਰੂਪ 'ਚ ਆ ਕੇ ਗੁਰੂ ਨਾਨਕ ਦੇ ਮਹਾਰਾਜ ਨੇ ਲਾਵਾਂ ਦਾ ਪਾਠ ਸੱਚੇ ਪਾਤਸ਼ਾਹ ਨੇ ਫਿਰ ਰਚ ਕੇ ਲਾਵਾਂ ਰਚ ਕੇ ਸੱਚੇ ਪਾਤਸ਼ਾਹ ਨੇ ਫਿਰ ਸੱਚੇ ਪਾਤਸ਼ਾਹ ਨੇ ਬਿਲਕੁਲ ਮੋਹਰ ਲਾਤੀ ਮਹਾਰਾਜ ਸਾਹਿਬ ਨੇ ਜੀ। ਮਹਾਰਾਜ ਕਹਿ ਵੀ ਜਿਵੇਂ ਗੁਰੂ ਸਾਹਿਬ ਕਿਹਾ ਵੀ ਹਾਂ ਨਾ ਹਮ ਹਿੰਦੂ ਨਾ ਮੁਸਲਮਾਨ, ਵੀ ਸਾਡੇ ਰਾਹ ਰੀਤੀਆਂ ਵੱਖਰੀਆਂ, ਸਾਡੀ ਰਹਿਣੀ ਬਹਿਣੀ ਕਹਿਣੀ ਸਹਿਣੀ ਇਹ ਸਭ ਤੋਂ ਨਿਵੇਕਲੀ ਆ, ਅਸੀਂ ਸਭ ਤੋਂ ਵੱਖਰੇ ਹਾਂ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਆ, ਨਾਨਕ ਨਿਰਮਲ ਪੰਥ ਚਲਾਇਆ, ਨਿਰਮਲ ਪੰਥ ਵੱਖਰਾ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਇਹਦੀਆਂ ਰਾਹ ਰੀਤੀਆਂ ਵੀ ਬਾਕੀ ਧਰਮਾਂ ਨੂੰ ਵੱਖਰੀਆਂ ਵਾ। ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਇਹ ਮਹਾਰਾਜ ਸਾਹਿਬ ਦਾ ਆਨੰਦ ਕਾਰਜ, ਮਹਾਰਾਜ ਸਾਹਿਬ ਦੇ ਵਿਆਹ ਇਹ ਬਟਾਲੇ ਧਰਤੀ। ਸੋ ਭਾਈ ਸਾਹਿਬ ਜੀ, ਬਾਣੀ ਦਾ ਫਰਮਾਨ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਧੰਨ ਹਨ ਉਹ ਜੀਵ ਜੰਤੂ, ਧੰਨ ਹਨ ਉਹ ਰਿਸ਼ਤੇਦਾਰ, ਧੰਨ ਉਹ ਮਨੁੱਖ ਜਿਨ੍ਹਾਂ ਨੇ ਸਤਿਗੁਰਾਂ ਦੇ ਇਸ ਮਹਾਨ ਪੁਰਬ ਵਿੱਚ ਵਿਆਹ ਪੁਰਬ ਵਿੱਚ ਹਿੱਸਾ ਲਿਆ ਔਰ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਨਿੱਘ ਮਾਣਿਆ। ਅੱਜ ਵੀ ਉਹ ਧਰਤੀ ਉਹ ਅਸਥਾਨ ਜੋ ਹੈ ਪੂਜਣ ਯੋਗ ਹੈ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਵਿਆਹ ਪੁਰਬ 'ਤੇ ਜੋ ਸੰਗਤਾਂ ਨੂੰ ਆਪ ਜੀ ਇੱਕ ਸਿੱਖ ਕੌਮ ਨੂੰ ਔਰ ਅੱਜ ਦੀ ਜੋ ਨੌਜਵਾਨੀ ਹੈ ਉਸ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਇੱਕ ਤਾਂ ਨਿਵੇਕਲਾ ਧਰਮ ਔਰ ਨਿਵੇਕਲੀ ਰਾਹ ਰੀਤੀ ਤੋਰੀ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਆਹ ਆਨੰਦ ਕਾਰਜ ਤੋਂ ਵਿਆਹ ਪੁਰਬ ਤੋਂ ਸਾਨੂੰ ਸਭ ਤੋਂ ਪਹਿਲੀ ਸਿੱਖਿਆ ਇਹ ਮਿਲਦੀ ਆ। ਵੇਖੋ ਅੱਜ ਕੱਲ੍ਹ ਦੇ ਵਿਆਹਾਂ 'ਚ ਬੜੀ ਗਿਰਾਵਟ ਆ ਗਈ ਹੈ ਜੀ। ਜੋ ਪਹਿਲਾਂ ਸਿੱਖ ਧਰਮ ਦੀ ਰੀਤੀ ਸੀ, ਅਸੀਂ ਉਸ ਰੀਤੀ ਨੂੰ ਛੱਡ ਕੇ ਤੇ ਜਿਹੜੀ ਰੀਤੀ ਸੱਚੇ ਪਾਤਸ਼ਾਹ ਨੇ ਸਾਨੂੰ ਕੱਢਿਆ, ਅਸੀਂ ਫਿਰ ਉਧਰਲੇ ਪਾਸੇ ਤੁਰਦੇ ਜਾਂਦੇ ਹਾਂ। ਮਿਸਾਲ ਦੇ ਤੌਰ 'ਤੇ ਵਿਆਹ ਤੋਂ ਕਈ ਦਿਨ ਪਹਿਲਾਂ ਤੁਸੀਂ ਵੇਖਿਆ ਵੀ ਬੈਂਗਲ ਸੈਰਮਨੀ ਹੁੰਦੀ ਆ, ਰਿੰਗ ਸੈਰਮਨੀ ਹੁੰਦੀ ਆ। ਅਸਲ 'ਚ ਸਾਡੀਆਂ ਰੀਤੀਆਂ ਨਹੀਂ, ਇਹ ਸਾਈ ਧਰਮ ਦੀਆਂ ਰੀਤੀਆਂ ਵਾ। ਰਿੰਗ ਸੈਰਮਨੀ ਇਹ ਸਾਡੇ ਧਰਮ 'ਚ ਨਹੀਂ। ਉਸ ਤੋਂ ਇਲਾਵਾ ਫਿਰ ਵਿਆਹ ਸਮੇਂ ਤੁਸੀਂ ਵੇਖਿਆ ਵੀ ਜੈਮਾਲਾ ਇਹ ਹਿੰਦੂ ਧਰਮ ਦੀ ਰੀਤੀ ਹੈ। ਇਹਨਾਂ ਰਾਹ ਰੀਤੀਆਂ ਵਿੱਚੋਂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਾਨੂੰ ਬਾਹਰ ਕੱਢਿਆ, ਪਰ ਅਸੀਂ ਅੱਜ ਫੋਕੇ ਵਿਖਾਵੇ ਕਰਕੇ ਫਿਰ ਉਧਰਲੇ ਪਾਸੇ ਤੁਰਦੇ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਐਸ ਫੋਕੇ ਵਿਖਾਵੇ ਤੋਂ ਬਚਾ ਕੇ ਔਰ ਬਿਲਕੁਲ ਸੱਚੇ ਪਾਤਸ਼ਾਹ ਨੇ ਸਾਦਾ ਤਰੀਕੇ ਨਾਲ ਵਿਆਹ ਕਰਨਾ ਸੱਚੇ ਪਾਤਸ਼ਾਹ ਉਪਦੇਸ਼ ਸੰਦੇਸ਼ ਸਾਨੂੰ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਜੀ। ਇੱਕ ਤਾਂ ਦੂਸਰੇ ਧਰਮਾਂ ਦੇ ਰੀਸ, ਜਿਵੇਂ ਪਹਿਲਾਂ ਮੈਂ ਬੇਨਤੀ ਕਰ ਦਿੱਤੀ ਹੈ, ਔਰ ਦੂਸਰਾ ਨਾਲ ਇੱਕ ਇਹ ਵੀ ਜਦੋਂ ਵਿਆਹ ਹੁੰਦਾ ਵਾ, ਇੱਕ ਉਸ ਸਮੇਂ ਜੋ ਰਿਸ਼ਤੇਦਾਰ ਮਿੱਤਰ ਘਰਾਂ 'ਚ ਆਉਂਦੇ ਆ, ਉਹਨਾਂ ਦੀ ਪਹਿਲੀ ਮੰਗ ਹੁੰਦੀ ਆ ਨਸ਼ਾ। ਨਸ਼ਾ ਕਿਸੇ ਵੀ ਰੂਪ 'ਚ ਹੋਵੇ, ਭਾਵੇਂ ਉਹ ਸ਼ਰਾਬ ਦੇ ਰੂਪ 'ਚ ਹੋਵੇ, ਭਾਵੇਂ ਕਿਸੇ ਵੀ ਰੂਪ 'ਚ ਹੋਵੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਮਹਾਰਾਜ ਜੀ ਨੇ ਇੱਕ ਨਵੀਂ ਰਾਹ ਰੀਤੀ ਦਿੱਤੀ, ਉੱਥੇ ਸੱਚੇ ਪਾਤਸ਼ਾਹ ਸਿੱਖਾਂ ਨੂੰ ਕੋਈ ਸਿੱਖਿਆ ਵੀ ਦਿੱਤੀ ਸੱਚੇ ਪਾਤਸ਼ਾਹ ਨੇ ਕਿ ਸਿੱਖ ਨੇ ਕਿਸ ਰਾਹ ਰੀਤੀ ਅਨੁਸਾਰ ਤੁਰਨਾ। ਸੋ ਮਹਾਰਾਜ ਦੇ ਆਨੰਦ ਕਾਰਜ ਤੋਂ ਵਿਆਹ ਪੁਰਬ ਸਾਨੂੰ ਸਿੱਖਿਆ ਮਿਲਦੀ ਆ ਵੀ ਇੱਕ ਤਾਂ ਬਿਲਕੁਲ ਵਿਆਹ ਵਿੱਚ ਨਸ਼ੇ ਦੀ ਵਰਤੋਂ ਨਾ ਕੀਤੀ ਜਾਵੇ। ਦੂਸਰਾ ਗੁਰੂ ਸਾਹਿਬ ਦਾ ਇਹ ਉਪਦੇਸ਼ ਹੈ ਸਾਨੂੰ, ਇਹ ਹੁਕਮ ਹੈ ਸਾਨੂੰ ਕਿ ਜਦੋਂ ਵਿਆਹ ਕਰਨਾ ਵਾ ਉਦੋਂ ਇਹ ਨਹੀਂ ਕਿ ਮਾੜੇ ਚੰਗੇ ਗਾਣੇ ਲਾ ਕੇ, ਨਹੀਂ,
ਉਦੋਂ ਕੇਵਲ ਤਾਂ ਕੇਵਲ ਗੁਰਮਤਿ ਦੀ ਰਹੁ ਰੀਤੀ ਅਨੁਸਾਰ ਬਿਲਕੁਲ ਸਾਦਾ ਗੁਰਮਤਿ ਦੇ ਧਾਰਨੀ ਹੋ ਕਰਕੇ ਔਰ ਇਸ ਅਸੂਲਾਂ ਦਾ ਗੁਰੂ ਸਾਹਿਬ ਦੇ ਉਪਦੇਸ਼ ਦਾ ਪਾਲਣ ਕਰਕੇ ਵਿਆਹ ਪੁਰਬਾਂ ਨੂੰ ਸੰਪੂਰਨ ਕੀਤਾ ਜਾਵੇ ਔਰ ਸਤਿਗੁਰਾਂ ਦੇ ਉਪਦੇਸ਼ ਤੇ ਧਾਰਨੀ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਜੀ ਔਰ ਤੀਸਰਾ, ਇੱਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਸਾਨੂੰ ਸਿੱਖਿਆ ਮਿਲਦੀ ਆ ਕਿ ਫਾਲਤੂ ਖਰਚਾ। ਵੇਖੋ ਪੰਜਾਬ ਦੀ ਕਿਸਾਨੀ, ਖਾਸ ਤੌਰ ਤੇ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਵਾ। ਇੱਕ ਤਾਂ ਕਿਸਾਨਾਂ ਦਾ ਲੱਕ ਸਰਕਾਰੀ ਨੀਤੀਆਂ ਟੁੱਟ ਗਿਆ ਜੀ, ਜਿਹਦੇ ਕਰਕੇ ਜਿਹੜੇ ਕਿਸਾਨ ਆ ਖੁਦਕੁਸ਼ੀਆਂ ਦੇ ਰਾਹ ਪੈ ਗਏ ਆ। ਔਰ ਦੂਸਰਾ, ਇਹਦੇ ਲਈ ਕੇਵਲ ਸਰਕਾਰਾਂ ਹੀ ਜ਼ਿੰਮੇਵਾਰ ਨਹੀਂ, ਇਹਦੇ ਲਈ ਅਸੀਂ ਵੀ ਜ਼ਿੰਮੇਵਾਰ ਹਾਂ। ਵਿਆਹ ਉੱਤੇ ਲੱਖਾਂ ਰੁਪਏ ਖਰਚਦੇ ਨੇ, ਇਹ ਕੋਈ ਬਹੁਤੀ ਸਿਆਣਪ ਨਹੀਂ। ਸਿਰਫ ਉਹਨਾਂ ਕੁ ਜਿੰਨੇ ਕੁ ਨਾਲ ਕੰਮ ਚੱਲ ਸਕਦਾ, ਜਿੰਨੇ ਨਾਲ ਕੇਵਲ ਗੁਰਮਤਿ ਦੀਆਂ ਰਾਹ ਰੀਤੀਆਂ ਸੱਚੇ ਪਾਤਸ਼ਾਹ ਨੇ, ਵੇਖੋ ਇਹ ਲਿਖਿਆ ਵੀ ਤੁਸੀਂ ਪੜ੍ਹਿਆ ਹੋਊਗਾ, ਸਾਦਾ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਇਵੇਂ ਹੀ ਆ ਜੀ ਬਿਲਕੁਲ। ਅਸੀਂ ਵਿਆਹਾਂ 'ਤੇ ਇੰਨਾ ਕੁ ਜ਼ਿਆਦਾ ਖਰਚਾ ਕਰ ਦਿੰਦੇ ਹਾਂ ਔਰ ਮੁੜ ਕੇ ਉਹ ਕਰਜ਼ਾ ਲਾਉਣ ਲੱਗਿਆਂ ਕਈ ਸਾਲ ਲੰਘ ਜਾਂਦੇ ਆ। ਸੋ ਇਹ ਦੋਵਾਂ ਧਿਰਾਂ ਨੂੰ ਬੈਠ ਕੇ ਬਿਲਕੁਲ ਜਿਵੇਂ ਸੱਚੇ ਪਾਤਸ਼ਾਹ ਹੁਕਮ ਹੈ, ਬਿਲਕੁਲ ਸਾਦਾ ਵਿਆਹ ਔਰ ਨਸ਼ੇ ਤੋਂ ਮੁਕਤ ਔਰ ਬਿਨਾਂ ਵਿਖਾਵੇ ਤੋਂ ਗੁਰਮਤਿ ਦੀ ਰਾਹ ਰੀਤੀ, ਦੂਸਰੇ ਅਨ ਧਰਮ ਦੀਆਂ ਰੀਤਾਂ ਦਾ ਤਿਆਗ ਕਰਕੇ ਸਤਿਗੁਰੂ ਸਾਹਿਬ ਦੇ ਰਾਹ 'ਤੇ ਚੱਲ ਕੇ, ਬਸ ਇਹੀ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਔਰ ਸੰਦੇਸ਼ ਹੈ ਜੀ। ਭਾਈ ਬਲਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਗ੍ਰੰਥੀ ਸਾਹਿਬਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਗੰਜ ਸ੍ਰੀ ਅੰਮ੍ਰਿਤਸਰ ਤੋਂ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਔਰ ਉਹਨਾਂ ਦੇ ਸੰਸਾਰਿਕ ਆਗਮਨ ਦੌਰਾਨ ਜੀਵਨ ਕਾਲ ਔਰ ਸਾਰੇ ਹੀ ਸੰਸਾਰ ਅੰਦਰ ਜੋ ਸਮੇਂ ਦੇ ਅਨੁਸਾਰ ਵਿਆਹ ਪੁਰਬਾਂ 'ਤੇ ਬੇਕੀਮਤੀ ਜੋ ਬੇਲੋੜਾ ਖਰਚਾ ਹੋ ਰਿਹਾ, ਉਸ 'ਤੇ ਵਿਸਤਾਰ ਦੇ ਨਾਲ ਚਾਨਣਾ ਪਾਇਆ ਹੈ। ਸਾਧ ਸੰਗਤ ਜੀ, ਅੱਜ ਲੋੜ ਹੈ ਸਤਿਗੁਰਾਂ ਦੇ ਉਪਦੇਸ਼ ਦੇ ਧਾਰਨੀ ਬਣ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹਨਾਂ ਸਤਰਾਂ ਦੇ ਧਾਰਨੀ ਬਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।